ਅੱਛੀ ਮੱਝ ਲੈਣ ਵਾਸਤੇ ਨਾ ਤੁਹਾਨੂੰ ਇੱਕ ਅੱਛਾ ਗਾਈਡੈਂਸ ਨਾਲ ਚਾਹੀਦਾ ਹੁੰਦਾ ਹੈ, ਗਾਈਡ, ਠੀਕ ਹੈ ਨਾ, ਜਿਹੜਾ ਥੋੜਾ ਬਰੇਵ ਬੰਦਾ ਹੋਵੇ, ਚੰਗਾ ਵਪਾਰੀ ਨਾਲ ਹੋਵੇ, ਠੀਕ ਹੈ। ਇਹ ਨਹੀਂ ਕਿ ਤੁਸੀਂ ਕੋਈ ਜਿਹੜਾ ਮਰਜ਼ੀ ਚਾਚਾ ਚੁੱਕ ਲਓ ਪਿੰਡ ਤੇ ਗੱਡੀ ਸੱਟ ਕੇ ਉਹਨੂੰ ਨਾਲ ਲੈ ਜਾਓ, ਠੀਕ ਹੈ। ਕਿਉਂਕਿ ਇਹ ਜਿਹੜੇ ਉੱਥੇ ਵੱਡੇ ਵਪਾਰੀ ਨੇ ਨਾ, ਵੱਡੀਆਂ ਮੰਡੀਆਂ ਤੇ ਉਕਾੜਾ ਵਾਲਾ, ਉਹਨਾਂ ਨਾਲ ਸੌਦਾ ਕਰਨਾ, ਚੈਲੰਜ ਕਰਨਾ, ਉਹ ਬੜਾ ਟਾਈਮ ਲੱਗਦਾ ਹੈ, ਠੀਕ ਹੈ। ਤੁਹਾਨੂੰ ਪਤਾ ਨਹੀਂ ਵਪਾਰੀ ਜਿਸ ਤਰ੍ਹਾਂ ਦੇ ਹੁੰਦੇ ਨੇ, ਉਹ ਆਪਣੇ ਆਪ ਨੂੰ ਗਾਲਾਂ ਕੱਢਣ ਲੱਗੇ ਹੁੰਦੇ ਨੇ, ਤੁਸੀਂ ਵੀ ਉਹਨਾਂ ਨੂੰ ਗਾਲਾਂ ਕੱਢਣ ਲੱਗੇ ਹੁੰਦੇ ਹੋ, ਠੀਕ ਹੈ। 2-2 ਘੰਟੇ ਲੜਾਈ ਲੱਗੀ ਹੁੰਦੀ ਹੈ। ਉਹ ਫਿਰ ਹਾਂ ਇਹ ਹੈ ਕਿ ਤੁਸੀਂ ਜਿਹੜਾ ਨਾ ਮੱਝਾਂ ਦਾ ਕੋਈ ਠਰਕੀ ਨਾਲ ਲੈ ਕੇ ਜਾਓ, ਜਿਹੜਾ ਤੁਹਾਡੇ ਵਾਸਤੇ ਮੱਝ ਸਿਲੈਕਟ ਕਰ ਸਕੇ ਤੇ ਵੱਡੀਆਂ ਵਪਾਰੀਆਂ ਨੂੰ ਚੈਲੰਜ ਕਰਕੇ ਸਮਝ ਵੀ ਹੋਵੇ ਤੇ ਉਹਨਾਂ ਵਪਾਰੀਆਂ ਨਾਲ ਸੌਦਾ ਕਰ ਸਕੇ, ਠੀਕ ਹੈ। ਤੇ ਅਸਲ ਤੇ ਹੁੰਦਾ ਕਿ ਅਗਰ ਤੁਸੀਂ ਦੇਖੋ ਤੁਹਾਡੇ ਕੋਲ ਜੇ ਕਾਫੀ ਪੈਸੇ ਹੈ ਤੇ ਜਿਹੜੀ ਮੰਡੀ 'ਚ ਉਸ ਦਿਨ ਬੈਸਟ ਮੱਝ ਆਈ ਹੈ ਨਾ, ਤਾਂ ਕੋਸ਼ਿਸ਼ ਕਰੋ ਉਹ ਤੁਸੀਂ ਚੁੱਕ ਲਓ, ਠੀਕ ਹੈ। ਹੁਣ ਅਸੀਂ ਜਾਂਦੇ ਹਾਂ, ਅਸੀਂ ਕਈ ਵਾਰੀ ਉਕਾੜੇ 1-2 ਵਾਰੀ ਗਏ ਹਾਂ ਜੀ 5 ਲੱਖ, ਠੀਕ ਹੈ। ਅਸੀਂ ਵੀ ਬਹਿ ਰਹਿੰਦੇ ਹਾਂ, ਠੀਕ ਹੈ। ਅਸੀਂ ਆਖਿਆ ਨਹੀਂ ਜੀ ਅਸੀਂ 2.5 ਲੱਖ ਦੀ ਲੈ ਕੇ ਜਾਣਾ ਹੈ। ਹੁਣ ਮੇਰੇ ਨਾਲ ਮੇਰਾ ਕਜ਼ਨ ਇਫਜ਼ਾਲ ਹੁੰਦਾ ਜਾਂ ਚੌਧਰੀ ਦਿਲਾਵਰ ਹੁੰਦੇ ਨੇ ਧੋਰੀ ਵਾਲੇ, ਬੜੇ ਮਸ਼ਹੂਰ ਨੇ ਉਹ ਵੀ, ਤੇ ਇਹ ਫਿਰ ਘੰਟੇ 2 ਲਾ ਕੇ, ਠੀਕ ਹੈ, ਤੇ ਅਸੀਂ ਫਿਰ ਸੌਦਾ ਕਰ ਲਈਦਾ, ਚਲੋ 20-25 ਹਜ਼ਾਰ ਅਪ ਡਾਊਨ ਹੋ ਜਾਂਦਾ ਹੈ, ਠੀਕ ਹੈ ਨਾ। ਇਹ ਸੌਦਾ ਕਰਨਾ ਵੀ ਇੱਕ ਬੰਦਾ ਨਾ ਤੁਹਾਨੂੰ ਇੱਕ ਅੱਛਾ ਗਾਈਡ ਹੋਵੇ ਤੇ ਤਾਂ ਹੀ ਕੰਮ ਆਉਂਦਾ ਹੈ, ਠੀਕ ਹੈ। ਵਰਨਾ ਤੁਸੀਂ ਫਿਰ ਟੁਰ ਕੇ ਵਾਪਸ ਆ ਜਾਓਗੇ। ਤੇ ਸਭ ਜੇ ਨੀਲੀ ਰਾਵੀ ਦੇ ਏਰੀਏ ਚੋਂ ਲੋਕਲ ਬੰਦਿਆਂ ਕੋਲ ਜਾ ਕੇ ਮੱਝ ਖਰੀਦਣੀ ਹੋਵੇ, ਠੀਕ ਹੈ, ਤਾਂ ਉਹਦੇ ਬਾਰੇ ਥੋੜਾ ਗਾਈਡ ਕਰੋ। ਤੁਸੀਂ ਤਾਂ ਕਾਫੀ ਦਫਾ ਗਏ ਉੱਧਰ, ਲੋਕਾਂ ਨਾਲ ਡੀਲਿੰਗ ਕੀਤੀ ਹੈ, ਠੀਕ ਹੈ, ਤੇ ਉਹਨਾਂ ਦਾ ਕੀ ਤੁਹਾਡੇ ਨਾਲ ਡੀਲਿੰਗ ਕੈਸੀ ਹੁੰਦੀ ਹੈ, ਉਹਨਾਂ ਦੇ ਰੇਟਸ ਕੀ ਹੁੰਦੇ ਨੇ, ਮੱਝ ਵੇਚ ਛੁੱਟਦੇ ਨੇ ਜਾਂ ਨਹੀਂ ਦਿੰਦੇ, ਕੀ ਉਹਦਾ ਹਿਸਾਬ ਕਿਤਾਬ? ਨੀਲੀ ਜਿਹੜੇ ਏਰੀਆ ਨਾ ਉਹਦੀਆਂ 2 ਸਾਈਡਾਂ ਨੇ, ਠੀਕ ਹੈ। ਇੱਕ ਨੀਲੀ ਦੀ ਸਾਈਡ ਹੈ ਜਿਹੜੀ ਪਿਓਰ ਬਰੀਡ ਵਾਲੇ ਨੇ, ਬੜੇ ਬੜੇ ਬਰੀਡਰ ਨਾਂ ਫੇਮਸ ਹੋ ਗਏ, ਰੱਥ ਹੋ ਗਏ, ਹੁਤਿਆਨੇ ਹੋ ਗਏ, ਬਲੋਚ, ਖੋਖਰ ਵਗੈਰਾ, ਠੀਕ ਹੈ। ਦੂਸਰੇ ਜਿਹੜੇ ਨਾ ਉਹ ਛੋਟੇ ਛੋਟੇ ਘਰ, ਉਹ ਪਤਾ ਕੀ ਕਰਦੇ ਨੇ, ਉਹ ਹਰ ਬੁੱਧ ਵਾਲੇ ਦਿਨ ਨਾ ਲਾਹੌਰ ਮੰਡੀ ਲੱਗਦੀ, ਉੱਥੋਂ ਝੋਟੀਆਂ ਚੁੱਕ ਲਿਆਉਂਦੇ ਨੇ, ਠੀਕ ਹੈ। ਉਹਨਾਂ ਕੋਈ 5-5, 10-10 ਝੋਟੀਆਂ ਘਰ ਰੱਖੀਆਂ ਨੇ। ਉਹ ਫਿਰ ਜਿਸਲੇ ਤਿਆਰ ਹੁੰਦੀਆਂ ਨੇ ਤਾਂ ਉਹ ਇਸ ਤਰ੍ਹਾਂ ਸੈੱਲ ਆਊਟ ਕਰਦੇ ਨੇ। ਅਸੀਂ ਅੱਜ ਸਈਦ ਸਾਹਿਬ ਦੇ ਜਿਸ ਤਰ੍ਹਾਂ ਘਰੋਂ ਨਿਕਲੇ ਹਾਂ ਤੇ ਮੈਂ ਇੱਕ ਨਾ ਲੋਕਲ ਉੱਥੋਂ ਬਰੀਡਰ ਵਪਾਰੀ ਪਕੜ ਲਿਆ, ਠੀਕ ਹੈ, ਕਿਸੇ ਦੇ ਥਰੂ। ਉਹਨੇ ਸਾਨੂੰ ਕਾਫੀ ਫਿਰ ਡੇਰੇ ਸ਼ੇਰੇ ਫੜਾਏ, ਅਸੀਂ ਪੂਰਾ ਦਿਨ ਫਿਰਦੇ ਰਹੇ ਹਾਂ। ਅਤੇ ਉਹ ਅਸੀਂ ਜਾ ਕੇ ਜਿੱਥੇ ਕਿਸੇ ਨੌਕਰ ਨੂੰ ਸਾਈਡ ਕਰਕੇ ਪੁੱਛ ਲਈਦਾ ਸੀ ਨਾ, ਤੇ ਉਹ ਦੱਸ ਦਿੰਦੀ ਇਹ ਨਹੀਂ ਪਾਈ ਜਾਂਦੇ, ਲੋਰੂ ਆਈਆਂ ਨੇ ਤੇ ਵਪਾਰੀ ਆ, ਠੀਕ ਹੈ। ਜਿਹੜਾ ਬਰੀਡਰ ਹੋਵੇਗਾ ਨਾ ਉਹ ਤੁਹਾਨੂੰ ਝੋਟੀ ਦੱਸੇਗਾ, ਫਿਰ ਉਹਦੀ ਮਾਂ ਦੱਸੇਗਾ, ਉਹਦੀ ਨਾਨੀ ਦੱਸੇਗਾ, ਇਹ ਉਹ, ਠੀਕ ਹੈ। ਉਹਨਾਂ ਕੋਲ ਸਾਰੀ ਬਰੀਡ ਹੁੰਦੀ ਹੈ। ਤੇ ਇਹ ਜਿਹੜੇ ਵਪਾਰੀ ਟਾਈਪ ਨੇ ਜਿਹੜੇ ਝੋਟੀਆਂ ਪਾਲਦੇ ਨੇ ਨਾ, ਇਹਨਾਂ ਕੋਲ ਉਹ ਕੋਈ ਨਹੀਂ ਹੁੰਦਾ, ਉਹ ਪਤਾ ਤੁਹਾਨੂੰ ਲੱਗ ਜਾਂਦਾ ਹੈ। ਤੇ ਉਹ ਨੀਲੀ ਏਰੀਆ ਤੇ ਇਸ ਤਰ੍ਹਾਂ ਦੇ ਜਿਹੜੇ ਵਪਾਰੀ ਨੇ ਮਿਡਲ ਕਲਾਸ, ਇਹਨਾਂ ਸਾਰਿਆਂ ਬਿਜ਼ਨਸ ਕਾਰਡ ਬਣਾਏ ਨੇ, ਠੀਕ ਹੈ, ਤੇ ਕਾਰ ਦੇ ਸਾਹਮਣੇ ਬੈਨਰ ਲਾਏ ਨੇ, ਇਹ ਫਲਾਣਾ ਵਪਾਰੀ। ਤੇ ਉੱਥੋਂ ਜ਼ਰਾ ਪਤਾ ਤੁਹਾਨੂੰ ਲੱਗ ਜਾਂਦਾ ਵੀ ਇਹ ਜਿਹੜਾ ਨਾ ਇੱਕ ਲੋ ਮਿਡਲ ਕਲਾਸ ਦਾ ਵਪਾਰੀ ਟਾਈਪ ਹੈ, ਇਹ ਕੋਈ ਬਰੀਡ ਨਹੀਂ ਹੈ, ਇੱਕ ਵਪਾਰੀ ਹੈ, ਠੀਕ ਹੈ। ਬਰੀਡ ਵਾਲੇ ਜਿਹੜੇ ਨੇ ਉਹ ਹੁਣ ਜਿਹੜੇ ਬਲੋਚ ਨੇ, ਉਹ ਅੱਜ ਸਾਹਿਬ ਦੇ ਘਰੋਂ ਅਸੀਂ, ਮੈਂ ਤੇ ਅੱਜ ਸਾਹਿਬ ਸੁਬਾਹ ਗਏ ਸਾਂ, ਤੇ ਉਹ ਸਾਡੇ ਕੋਲ 4x4 ਆਏ ਤੇ ਅਸੀਂ ਪਹੁੰਚੇ ਆਏ, ਠੀਕ ਹੈ ਨਾ। ਉਹ ਕਸ ਨੇ ਰਸਤੇ ਤੇ ਰੇਤ ਇਹ ਬਹੁਤ, ਠੀਕ ਹੈ ਨਾ। ਮਗਰ ਦੁਨੀਆ ਉਹਨਾਂ ਦੇ ਘਰ ਜਾਂਦੀ ਹੈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਹੈ, ਨਾ ਉਹ ਇੰਟਰਨੈਟ 'ਤੇ ਸੈਲ ਕਰਦੇ ਨੇ, ਨਾ ਕੋਈ। ਉਹਨਾਂ ਦੇ ਰੇਟ ਵੀ ਦੱਸੋ ਕਿ ਉਹਨਾਂ ਨੇ ਜਿਹੜਾ ਲੈਣ ਵਾਸਤੇ ਗਏ ਤਾਂ ਉਹਨਾਂ ਨੇ ਕੀ ਮੰਗਿਆ? ਰੇਟ ਕੇ ਮੰਗਣਾ ਸੀ, ਇੱਕ ਝੋਟੀ ਦਿਖਾਈ ਨੇ ਤੇ ਕਹਿੰਦੇ ਨੇ ਬਈ ਪਿਛਲੇ ਹਫ਼ਤੇ ਫਰੂਕ ਔਂਦਲ ਸਾਹਿਬ ਆਏ ਸਨ, DSP ਜਿਹੜੇ ਫੈਸਲਾਬਾਦ ਵਾਲੇ ਨੇ, ਤੇ ਉਹ ਇਹਦਾ 10 ਲੱਖ ਰੁਪਈਆ ਲਾ ਗਏ ਨੇ, ਠੀਕ ਹੈ। ਤੇ ਉਹ ਅਸੀਂ ਫਿਰ ਮੈਂ ਕਿਹਾ ਹੁਣ 10 ਲੱਖ ਲਾ ਕੇ ਅਸੀਂ ਕੀ ਕਰਨਾ? ਤੇ ਅਸੀਂ ਵੇਖਦੇ ਰਹੇ, ਮੈਂ ਕੱਟੇ ਛੱਟੇ ਉਹਨਾਂ ਦੇ ਵੇਖੇ, ਠੀਕ ਹੈ। ਚਾਹ ਪੀਤੀ, ਉਹ ਮੱਝਾਂ ਚੋਣ ਲੱਗੇ, ਤੇ ਬੜੀ ਕਲਾਸ ਦੀ ਮੱਝ ਆਈ ਉਹਨਾਂ ਕੋਲ। ਇੱਕ ਉਹਨਾਂ ਕੋਲ ਮੱਝ ਆਈ, ਕੋਈ ਬੁੱਢੀ ਆਈ ਹੋਈ, ਠੀਕ ਹੈ ਨਾ, ਹੁਣ ਤੇ ਬਰੀਡਿੰਗ ਵਾਸਤੇ ਰੱਖੀ ਨੇ, ਤੇ ਬੜੀ ਕਲਾਸ ਦੀਆਂ ਮੱਝਾਂ ਨੇ। ਫਿਰ ਉਹ ਇਸ ਤਰ੍ਹਾਂ ਵੀ ਕਰਦੇ ਨਾ ਬਲੋਚ ਜਿਹੜੇ ਨੇ, ਉਹ ਦਰਿਆ ਦੇ ਨਾਲ ਜਿਹੜੇ ਜੰਗਲੀ ਨੇ ਨਾ, ਜਿੱਥੇ ਗੱਡੀਆਂ ਨਹੀਂ ਪਹੁੰਚਦੀਆਂ, ਮੋਟਰਸਾਈਕਲਾਂ ਦੀ ਨਾ ਨਜ਼ਰ ਆਉਂਦੀ ਹੈ, ਠੀਕ ਹੈ, ਕੋਈ ਅੱਛੀ ਝੋਟੀ ਹੋਈ ਲੈਣ ਦੀ, ਤੇ ਇਹਨਾਂ ਦਾ ਇੱਕ ਨਾਂ ਬਣਿਆ ਫਿਰ ਉਹ। ਮਗਰ ਇਹਨਾਂ ਕੋਲ ਚੀਜ਼ ਨਸਲੀ ਹੁੰਦੀਆਂ ਨੇ, ਜਿਸ ਤਰ੍ਹਾਂ ਅੱਛੂ ਬਲੋਚ ਹੈ, ਉਹ ਵੀ ਹਮੇਸ਼ਾ ਜਿਹੜੀ ਹੈ ਨਾ ਉਹ ਨਸਲੀ ਜਿਹੜੀ ਮੱਝ ਝੋਟੀ ਉਹ ਪਿਕ ਕਰੇਗਾ, ਠੀਕ ਹੈ। ਉਹਦੀ ਵੀ ਨਜ਼ਰ ਹੁੰਦੀ ਹੈ ਕਿਹਦੇ ਕੋਲ ਕਿਹਦੀ ਮੱਝ ਸੂਈ ਹੈ, ਕੱਟੀ ਦਿੱਤੀ ਹੈ, ਉਹ ਕਿਸ ਬੁੱਲ ਨਾਲ ਕ੍ਰਾਸ ਹੋਈ ਸੀ, ਇਹ ਹੈ ਉਹ ਹੈ। ਇਹ ਨੀਲੀਆਂ ਨੂੰ ਬੜਾ ਇਹਨਾਂ ਚੀਜ਼ਾਂ ਦਾ ਸ਼ੌਂਕ ਹੈ ਬਈ। ਚੋਏ ਸਾਹਿਬ, ਸਾਡੇ ਜਿਹੜੇ ਜ਼ਿੰਮੇਦਾਰ ਭਾਈ ਨੇ, ਠੀਕ ਹੈ, ਸਾਡੇ ਸਣੇ, ਮੇਰੇ ਸਣੇ ਸਮਝ ਲਓ, ਤੁਹਾਡੇ ਸਣੇ,
ਠੀਕ ਹੈ। ਜ਼ਿਆਦਾਤਰ ਮੈਜੋਰਟੀ ਜਿਹੜੇ ਬੰਦੇ ਦੁੱਧ ਸੈਲ ਕਰਦੇ ਨੇ, ਠੀਕ ਹੈ। ਜਿਹੜੀ ਚੰਗੀ ਨਸਲ ਦੀ ਕੱਟੀ ਹੈ ਜਾਂ ਕੱਟਾ ਹੈ, ਉਹਨੂੰ 2-3 ਮਹੀਨੇ ਬਾਅਦ ਕਸਾਈ ਨੂੰ ਦੇ ਛੱਡਦੇ ਨੇ। ਇਹ ਇਸ ਦੇ ਬਾਰੇ ਦੱਸੋ ਤੁਸੀਂ। ਉਹ ਜੇ ਉਹਨੂੰ ਪਾਲਣ ਰੱਖਣ ਤਾਂ ਉਹ ਉਹਨਾਂ ਨੂੰ ਫਾਇਦਾ ਹੀ ਆ, ਉਹ 2-3 ਮਹੀਨੇ ਦਾ ਕੱਟੀ ਕੱਟਾ ਜਿਹੜਾ ਕਸਾਈ ਨੂੰ ਦੇ ਛੱਡਣ ਵਾਏ? ਨਹੀਂ, ਜਿਹੜੇ ਡੇਅਰੀ ਹੈ ਨਾ, ਉਹ ਤੇ ਇੱਕ ਜਿਹੜੀ ਬਿਲਕੁਲ ਕਮਰਸ਼ੀਅਲ ਡੇਅਰੀ, ਉਹ ਬਿਲਕੁਲ ਡਿਫਰੈਂਟ ਬਿਜ਼ਨਸ ਹੈ, ਠੀਕ ਹੈ। ਇਹ ਹੁਣ ਪਿੰਡੀ ਵਾਲੇ ਜਿਹੜੇ ਡੇਅਰੀ ਵਾਲੇ ਨੇ ਅੱਗੇ ਪਿੱਛੇ ਵਾਲੇ ਨੇ, ਇਹ ਕੱਟੀ ਕੱਟਾ ਤੇ ਇਹ ਰੱਖਦੇ ਹੀ ਨਹੀਂ, ਇਹਨਾਂ ਵਰਥ ਹੀ ਨਹੀਂ ਨਾ ਕਰਦਾ। ਇਹ ਚਾਹੁੰਦੇ ਨੇ ਮੱਝ ਜਿਸਲੇ ਡਰਾਈ ਹੁੰਦੀ ਹੈ ਕਸਾਈ ਨੂੰ ਦੇ ਕੇ ਨਵੀਂ ਲੈ ਆਉਂਦੇ ਨੇ, ਠੀਕ ਹੈ। ਇਹ ਇੱਕ ਡਿਫਰੈਂਟ ਸ਼ੋਭਾ ਹੋ ਜਾਂਦਾ ਹੈ। ਬਾਕੀ ਅਗਰ ਕਿਸੇ ਨੇ ਬਰੀਡਿੰਗ ਉੱਪਰ ਕਨਸਨਟਰੇਟ ਕਰਨਾ ਹੈ, ਇਹ ਫਿਰ ਥੋੜ੍ਹੇ ਜਿਹੇ ਲੌਂਗ ਟਰਮ ਇਹਦੇ 'ਤੇ ਤੁਹਾਨੂੰ ਸੋਚਣਾ ਪੈਂਦਾ ਹੈ, ਠੀਕ ਹੈ। ਇਹਦੇ ਵਾਸਤੇ ਤੁਹਾਡੇ ਕੋਲ ਇੱਕ ਹੋਰ ਸੋਰਸ ਆਫ ਇਨਕਮ ਹੋਣੀ ਚਾਹੀਦੀ ਹੈ, ਠੀਕ ਹੈ ਨਾ। ਅਤੇ ਤੁਸੀਂ ਅੱਛੀਆਂ ਮੱਝਾਂ ਲਓ, ਅੱਛਾ ਬੁੱਲ ਲਓ, ਉਹ ਫਿਰ 5 ਸਾਲ ਬਾਅਦ ਤੁਹਾਡਾ ਸਰਕਲ ਚੱਲ ਪਵੇਗਾ, ਮਗਰ 5 ਸਾਲ ਲੱਗਣੇ ਨੇ, ਠੀਕ ਹੈ ਨਾ। ਤੁਸੀਂ ਆਖੋ ਨੂੰ ਤੁਸੀਂ ਪਹਿਲੇ ਦਿਨ ਇਹਦੀ ਕਮਾਈ ਕਰ ਲਓ, ਇਹਦੀ ਕਮਾਈ ਨਹੀਂ ਹੁੰਦੀ ਹੈ। ਅਤੇ ਫਿਰ ਮੱਝਾਂ ਤੁਸੀਂ ਮਹਿੰਗੀਆਂ ਲੈਣੀਆਂ ਨੇ, ਇੱਕ ਕਿਸਮ ਦੀ ਸ਼ੋਅਰੂਮ ਤੁਸੀਂ ਬਣਾਉਣੀ ਹੈ ਨਾ, ਠੀਕ ਹੈ। ਤੁਹਾਡਾ ਥੋੜ੍ਹਾ ਨਾਂ ਚੱਲੇ, ਫਿਰ ਅੱਗੋਂ ਬਲਕਿ ਕੱਟੀਆਂ ਬਣਦੀਆਂ, ਅਤੇ ਫਿਰ ਉਹ ਤੁਹਾਡਾ ਕਿਹਨੂੰ ਆਖੀਦਾ ਬਰੀਡਿੰਗ ਸਟਾਰਟ ਹੁੰਦੀ ਹੈ। ਇਹ ਫਰੂਕ ਔਂਦਲ ਸਾਹਿਬ, ਇਹ ਸਾਰਿਆਂ ਨੇ ਇਸ ਤਰ੍ਹਾਂ ਹੀ ਕੀਤਾ ਜਿਹੜੇ ਨਵੇਂ ਚੱਲੇ ਨੇ, ਠੀਕ ਹੈ ਨਾ, ਪਿਛਲੇ 10-15 ਸਾਲ ਦੀ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੇ ਮਸਲਨ ਜਿਹੜੀ ਮੱਝ 18 ਕਿਲੋ 16 ਕਿਲੋ ਦੁੱਧ ਦਿੰਦੀ ਹੈ, ਠੀਕ ਹੈ, ਹਾਂਜੀ, ਉਹਦੀ ਜਿਹੜੀ ਕੱਟੀ ਜਾਂ ਕੱਟਾ ਹੈ ਉਹਨੂੰ ਸਾਨੂੰ ਰੱਖਣਾ ਚਾਹੀਦਾ, ਉਹਨੂੰ ਸੈਲ ਨਹੀਂ ਕਰਨਾ ਚਾਹੀਦਾ। ਚਾਹੇ ਅਸੀਂ ਸ਼ਹਿਰ 'ਚ ਰਹਿੰਦੇ ਹੋਈਏ ਜਾਂ ਸਾਡੇ ਕੋਲ ਜੋ ਉਹਨੂੰ ਤਿਆਰ ਕਰਨਾ ਹੋਵੇ, ਜਾਂ ਕਿਸੇ ਤੁਸੀਂ ਉਹ ਆਪਣੇ ਜਾਣਨ ਵਾਲੇ ਨੂੰ ਜਾਂ ਕਿਸੇ ਜਿਹੜਾ ਬਰੀਡਰ ਹੈ ਉਹਨੂੰ ਸੈਲ ਕਰ ਦਿਓ ਕਿ ਉਹ ਮੱਝ ਨੂੰ ਬਣਾਇਆ। ਨਹੀਂ, ਜਿਹੜੀ ਅੱਛੀ ਮੱਝ ਉਹਦੀ ਕੱਟੀ ਤੁਸੀਂ ਰੱਖ ਲਓ। ਪਹਿਲੀ ਗੱਲ ਤੁਹਾਨੂੰ ਪਤਾ ਹੀ ਨਹੀਂ ਕਿਸ ਤਰ੍ਹਾਂ ਕ੍ਰਾਸ ਹੋਈ ਸੀ, ਉਹਦਾ ਬੁੱਲ ਕਿਹੜਾ ਸੀ ਕ੍ਰਾਸ ਕਰਾਇਆ, ਠੀਕ ਹੈ। ਹਾਂ, ਅਗਰ ਉਹ ਅੱਛੀ ਹੈ ਤਾਂ ਅਗਰ ਤੁਸੀਂ ਉਹਨੂੰ 2-4 ਮਹੀਨੇ ਰੱਖ ਕੇ ਇਸੇ 'ਤੇ ਦੇ ਦਿਓ, ਠੀਕ ਹੈ, ਸ਼ਾਇਦ ਉਹ ਵੀ 16 ਕਿਲੋ ਵਾਲੀ ਨਿਕਲ ਆਵੇ। ਇਸੇ ਤੁਸੀਂ ਦਿਓ, ਉਹਦੇ ਤੋਂ ਬਲਕਿ ਤੁਸੀਂ ਆਫ ਪ੍ਰਾਈਸ ਹੀ ਦੇਣੀ ਹੈ ਨਾ। 1.5 ਲੱਖ ਦੀ ਤੁਸੀਂ 75,000 ਦੇ ਕੇ ਲੈ ਆਉਣੀ ਹੈ, ਉਹ ਤੁਹਾਡਾ ਰਿਸਕ ਹੈ, ਠੀਕ ਹੈ। ਸ਼ਾਇਦ ਉਹ ਵੀ 16 ਕਿਲੋ ਦੇ, ਠੀਕ ਹੈ। ਮਗਰ ਅਕਸਰ ਜਿਹੜੇ ਨੀਲੀ ਵਾਲੇ ਨਾ, ਇਹ ਬੜਾ ਸ਼ੌਂਕ ਰੱਖਦੇ ਨੇ ਨਾ, ਆਪਣੇ ਰੈਕੋਰਡ ਰੱਖੇ ਨਾ, ਉਹ ਤਾਂ ਫਿਰ ਤੁਹਾਨੂੰ ਪਤਾ ਹੁੰਦਾ ਜੀ ਬਈ ਇਹ ਐਸੀ ਮੱਝ ਲਈ ਹੈ, ਇਸ ਬੁੱਲ ਨਾਲ ਕ੍ਰਾਸ ਹੋਈ ਸੀ, ਇਹ ਤੇ ਮਗਰ ਕੱਟੀ ਹੈ, ਸਮਝੋ। ਉਹਨਾਂ ਕੋਲ ਫੁੱਲ ਡੇਟਾ ਹੈ ਨਾ, ਸੋ ਇਸ ਵਾਸਤੇ ਬੰਦੇ ਪੁੱਛ ਰਹੇ ਜੋ ਸਾਹਿਬ ਕਿ ਚੰਗੀ ਮੱਝ ਜਿਹੜੀ 15-16 ਕਿਲੋ ਦੁੱਧ ਦੇਣ ਵਾਲੀ ਵੀ ਕਿਤਨੇ ਦੀ ਮਿਲੇਗੀ ਭਾਈ? ਇੱਕ ਨਦੀਮ ਭਾਈ ਸਵਾਲ ਕਰ ਰਹੇ ਨੇ, ਠੀਕ ਹੈ, ਥੋੜਾ ਜਵਾਬ ਦੇ ਛੋੜੇ ਦੇ ਬਾਰੇ 'ਚ। ਹੁਣ ਪ੍ਰਾਈਸਾਂ ਇਸ ਵਕਤ ਜਿਹੜੀਆਂ ਜਾ ਰਹੀਆਂ ਨੇ, ਜਾਂ ਕੁਝ ਮਹੀਨੇ ਬਾਅਦ ਜਿਹੜੀਆਂ ਮੱਝਾਂ ਦੀਆਂ ਪ੍ਰਾਈਸਾਂ ਹੋਣਦੀਆਂ, ਉਹਨਾਂ ਦੇ ਬਾਰੇ ਵੀ ਥੋੜਾ ਦੱਸ ਛੜੋ। ਬੈਸਟ ਟਾਈਮਿੰਗ ਕਿਹੜੀ ਹੈ ਤੁਹਾਡੀ ਲੈਣ ਵਾਸਤੇ ਜੇ ਮੱਝ ਤੁਸੀਂ ਲੈਣੀ ਹੈ ਤਾਂ? ਦੇਖੋ, ਬੈਸਟ ਟਾਈਮਿੰਗ ਤੇ ਸਾਵਣ ਹੀ ਹੈ ਨਾ। ਸਾਵਣ ਜਿਹੜਾ ਆਮ ਸੂਆ ਸ਼ੁਰੂ ਹੁੰਦਾ ਹੈ, ਠੀਕ ਹੈ, ਮਿਡ ਜੁਲਾਈ ਤੇ ਅਗਸਤ ਤੱਕ ਜਿਹੜੇ ਸ਼ੁਰੂ ਹੋ ਜਾਂਦਾ ਹੈ, ਉਸ ਵੇਲੇ ਮੱਝਾਂ ਕੀਮਤਾਂ ਘੱਟ ਜਾਂਦੀਆਂ ਨੇ, ਠੀਕ ਹੈ। ਮਗਰ ਮੈਂ ਤਾਂ ਕਹਿੰਦਾ ਅਗਰ ਤੁਸੀਂ ਅੱਛੀ ਮੱਝ ਲੈਣੀ ਹੈ ਲਾਈਕ ਕਿਸੇ ਕਲਾਸ ਦੀ, ਤਾਂ ਉਹ 2.5 ਲੱਖ ਪਲੱਸ ਤੁਸੀਂ ਉਹ ਸਪੈਂਡ ਕਰਨਾ, ਤੁਹਾਨੂੰ ਮੱਝ ਮਿਲਣੀ ਹੈ, ਸਿੱਧੀ ਗੱਲ ਹੈ, ਠੀਕ ਹੈ ਨਾ। ਅਗਰ ਤੁਸੀਂ ਕੰਜੂਸੀ ਕਰੋ ਦੇ ਨਾ 160 ਵਾਲੀ 65 ਵਾਲੀ ਲੈਣ ਦੀ, ਤੇ ਫਿਰ ਆਖੋ ਨਹੀਂ ਜੀ ਬੜੀ ਨਸਲ ਹੈ ਤੇ ਇਹ ਹੈ ਉਹ ਹੈ, ਉਹ ਰਿਸਕ ਹੈ। ਤੁਸੀਂ ਮੱਝ ਤੱਕ ਚੰਗੀ ਖੁੱਲੀ ਹੋਵੇ, ਠੀਕ ਹੈ, ਪੁੱਠਾ ਚੰਗਾ ਚਿਹਰਾ ਹੋਵੇ, ਉੱਪਰੋਂ ਇੱਕ ਬੋਨ ਵਾਲੀ ਹੋਵੇ ਮੱਝ, ਠੀਕ ਹੈ ਨਾ, ਤੇ ਪਿੱਛੋਂ ਖੁੱਲੀ ਮੱਝ ਹੋਵੇ ਚੱਡੇ ਵਾਲੀ, ਠੀਕ ਹੈ, ਉਹਦੇ ਤੁਸੀਂ 2.5 ਪਲੱਸ ਦੇਣੇ। ਅੱਛੇ ਜਿਹੜੇ ਵਪਾਰੀ ਨੇ ਉਹ ਚੰਗੀਆਂ ਮੱਝਾਂ ਲਿਆਉਂਦੇ ਨੇ। ਤੁਸੀਂ ਇਸ ਤਰ੍ਹਾਂ ਦੀ ਮੱਝ ਕੋਈ 250 ਪਲੱਸ ਤੁਸੀਂ ਸਪੈਂਡ ਕਰਨੇ, ਤੁਹਾਨੂੰ ਅੱਛੀ ਮੱਝ ਮਿਲਣੀ ਹੈ, ਠੀਕ ਹੈ। ਅਤੇ ਬਰੀਡਿੰਗ ਵਾਸਤੇ ਵੀ ਤੁਹਾਡੇ ਜ਼ਾਹਿਰ ਉਹ ਕੰਮ ਆਵੇਗੀ ਫਿਰ। ਅਤੇ ਇਸ ਤਰ੍ਹਾਂ ਦੀ ਇਹ ਤਾਂ ਮੈਂ ਤਾਂ ਇਹ ਕਹਿਣਾ ਕਿ ਮਿਨੀਮਮ ਤੁਸੀਂ 2.5 ਲੱਖ ਪੱਟੋਗੇ, ਠੀਕ ਹੈ। ਅੱਛੀ ਜਿਹੜੀ ਮੱਝ ਮਿਲਣੀ ਹੈ ਉਹ 15, 16, 17, 18 ਕਿਲੋ ਤੱਕ ਵੀ ਜਾ ਸਕਦੀ ਹੈ, ਠੀਕ ਹੈ। ਅਤੇ ਕਈ ਵਾਰੀ ਜ਼ਾਹਿਰ ਆਮ ਮੱਝਾਂ ਵੀ 1,75,000 ਤੱਕ ਵੀ ਹੈ ਨੇ, ਉਹ ਵੀ 16-17 ਕਿਲੋ ਤੱਕ ਚਲੀ ਜਾਂਦੀ ਨੇ, ਉਹ ਤਾਂ ਕੋਈ ਨਹੀਂ ਗੱਲ ਹੈ ਜਾਂ। ਪਰ ਅਸੀਂ ਇੱਕ ਪਰਫੈਕਟ ਬਰੀਡਿੰਗ ਦੀ ਗੱਲ ਕਰ ਰਹੇ ਹਾਂ, ਠੀਕ ਹੈ। वो ਅਸੀਂ कह रहे हैं कि फिर तुसी टॉप क्लास की मज टॉप मंडी की पिक करनी है। वकार असलम साहब पूछ रहे हैं कि ब्रीडर को कितने की कास्ट पड़ती है एक भैंस फुल तैयार करने पर? तो आपने तो एवरेज निकाली हुई है, एक जोटी कितने की लेते थे, उसके ऊपर कितना खर्चा आता था जो नॉर्मल? जे तुहाडे घर ते चारा वगैरह होवे ना ते तकरीबन 15,000 साल तक खा जाती है, ठीक है। हूँ जिस तरह साडा ट्यूबवैल कार दा ये वो, ठीक है ना, 15,000 साल की कास्ट आ जाती, 15-20,000 इन्नी को है साल की। तो अगर तुसी ब्रीडिंग की गल कर रहे हैं, हम अज ब्रीडिंग वास्ते बैठे हाँ, तो अगर तुसी 3 साल तो 45,000 की तुसी उन्होंने खुराक खवा सकती हैं, 50,000 की तो तुहाडी 2 लाख की झोटी बन जाए। तो बिल्कुल सही, 2.5 लाख 3 लाख दी पहले झोटियां विकदियां ने। वो तो तुहाडे है ना, तुसी किस क्लास की
ਮੱਝਾਂ ਲਿਆਉਂਦੇ ਹੋ, ਬੁੱਲ ਕਿਸ ਤਰ੍ਹਾਂ ਦੇ ਲਿਆਉਂਦੇ ਹੋ, ਤੁਸੀਂ ਉਹਨਾਂ 'ਚ ਕੀ ਚਾਹੁੰਦੇ ਹੋ? ਚੋਈ ਸਾਹਿਬ ਤੁਸੀਂ ਵੀ ਰੀਸੈਂਟਲੀ ਇੱਕ ਬੜੀ ਟਾਪ ਦੀ ਮੱਝ ਲਈ ਹੈ ਜਿਹੜੀ ਉਹ ਫੇਸਬੁੱਕ ਤੇ ਪਿਛਲੇ 2 ਸਾਲਾਂ ਤੋਂ ਹੁਕਮਰਾਨੀ ਕਰ ਰਹੀ ਹੈ, ਠੀਕ ਹੈ? ਤੇ ਉਹ ਤੁਹਾਡਾ ਐਕਸਪੀਰੀਅੰਸ ਦੱਸੋ, ਤੁਸੀਂ ਉਹ ਕਿਸ ਤਰ੍ਹਾਂ ਖਰੀਦੀ ਹੈ? ਤਾਂ ਕਿ ਬੜੇ ਬੰਦੇ ਪੁੱਛਦੇ ਨੇ ਉਹਦੇ ਬਾਰੇ ਚ ਬਾਈ ਬੜੀ ਛਪਾ ਕੇ ਰੱਖੀ ਹੈ ਕਿ ਕਿਹੜੀ ਜਗ੍ਹਾ ਤੇ ਉਹ ਮੇਰਾ ਦੋਸਤ ਹੈ ਤੇ ਉਹਨਾਂ ਦੇ ਕਜ਼ਨ ਕੋਲੇ ਸੀ ਮੱਝ, ਠੀਕ ਹੈ ਨਾ? ਤੇ ਉਹ ਇੱਥੇ ਯੂਕੇ ਆਉਂਦੇ ਰਹਿੰਦੇ ਤੇ ਮੈਨੂੰ ਕਹਿੰਦਾ ਮੇਰੇ ਯਾਰ ਕਜ਼ਨਾਂ ਕੋਲੇ ਬੜੀਆਂ ਨਸਲੀ ਮੱਝਾਂ ਨੇ। ਤੇ ਮੈਂ ਕਿਹਾ ਚੱਲ ਮੈਨੂੰ ਫੋਟੋ ਭੇਜੀ। ਉਹ ਮੈਂ ਉੱਥੇ ਆਫਿਸ ਬੈਠਾ ਤੇ ਉਹਨੇ ਮੈਨੂੰ ਫੋਟੋ ਭੇਜੀ ਤੇ ਮੈਂ ਐਵੇਂ ਨਾ ਫੇਸਬੁੱਕ ਤੇ ਲਾ ਦਿੱਤੀ। ਤੇ ਉਹ ਮੈਂ ਫੇਸਬੁੱਕ ਤੇ ਲਾ ਕੇ ਤੇ ਆਫਿਸ 'ਚ ਬਾਹਰ ਨਿਕਲ ਗਿਆ, ਗੱਡੀ ਤੱਕ ਗਿਆ ਤੇ ਉਹ ਮੈਂ ਫੇਸਬੁੱਕ ਖੋਲੀ ਤੇ ਉਹਦੇ 72 ਲਾਈਕ ਆਏ ਸਨ। ਉਹ ਫਿਰ ਉਹ ਪਿਕਚਰ ਵਾਇਰਲ ਹੀ ਹੋ ਗਈ, ਠੀਕ ਹੈ ਨਾ? ਮੁਸ਼ਾ ਕਿ 2 ਸਾਲ ਪਹਿਲਾਂ ਮੈਂ ਲਾਈ ਸੀ, 1.5-2 ਸਾਲ ਪਹਿਲੇ। ਤੇ ਉਹ ਫਿਰ ਬੰਦਿਆਂ ਨੇ ਪੋਸਟਰਾਂ ਤੇ ਕਾਫੀ ਲਾਈਆਂ ਨੇ ਪਿਕਚਰਾਂ, ਤੇ ਇਸ ਤਰ੍ਹਾਂ ਕਰਕੇ ਨਾ ਵੰਡੇ ਵਾਲਿਆਂ ਯੂਜ਼ ਕੀਤੀ ਹੈ। ਤੇ ਬੰਦੇ ਆਪ ਕਲੇਮ ਕਰਨ ਲੱਗ ਪਏ ਜੀ ਮੇਰੀ ਕਾਰ ਦੀ ਮੱਝ ਹੈ, ਇਹ ਹੈ ਉਹ ਹੈ। ਐਨੀਵੇ ਉਹ ਫਿਰ ਹੁਣ ਉਹਨਾਂ ਵੇਚਣੀ ਹੈ ਤੇ ਮੈਂ ਫਿਰ ਕਿਸੇ ਨੂੰ ਤਾਂ ਦੱਸਿਆ ਨਹੀਂ ਹੈ ਮੱਝ ਕਿੱਥੇ ਹੈ, ਕਿਹੜੇ ਪਿੰਡ ਹੈ, ਉਹ ਮੈਂ ਸੀਕਰੇਟ ਹੀ ਰੱਖਿਆ, ਠੀਕ ਹੈ ਨਾ? ਤੇ ਉਹ ਫਿਰ ਮੈਂ ਹੁਣ ਪਿਛਲੇ ਹਫ਼ਤੇ ਮਾਸ਼ਾਅੱਲਾ ਲੈ ਲਈਏ ਫਿਰ ਉਹਨਾਂ ਕੋਲ। ਤੇ ਠੀਕ ਹੈ, ਇੱਕ ਹੋਰ ਮੈਂ ਥੋੜੀ ਆਖਰੀ ਗੱਲ ਕਰਨੀ ਹੈ। ਕੁਝ ਮੈਸੇजेस ਸਾਡੇ ਕੋਲ ਕਾਫੀ ਆਉਂਦੇ ਨੇ ਬੰਦਿਆਂ ਦੇ ਨਾ, ਠੀਕ ਹੈ? ਸਾਰਿਆਂ ਦਾ ਦਿਲ ਕਰਦਾ ਵੀ ਇਹ ਕੰਮ ਸ਼ੁਰੂ ਕਰੀਏ। ਇੱਕ ਤੇ ਥੋੜਾ ਜਿਹਾ ਨਾ ਤੁਸੀਂ ਕਿਸੇ ਕੋਈ ਵੀ ਬਿਜ਼ਨਸ ਕਰਨਾ ਹੈ ਥੋੜਾ ਪੋਜ਼ਿਟਿਵ ਆਪਣਾ ਮਾਈਂਡ ਰੱਖੋ ਪਲੀਜ਼, ਠੀਕ ਹੈ ਨਾ? ਅਗਰ ਪੋਜ਼ਿਟਿਵ ਮਾਈਂਡ ਨਹੀਂ ਰੱਖਣਾ ਤੇ ਫਿਰ ਤੁਸੀਂ ਲਾਈਕ ਬੰਦਿਆਂ ਨਾਲ ਨਹੀਂ ਚੱਲ ਸਕਦੇ, ਫਿਰ ਤੁਸੀਂ ਇਹ ਕਾਰੋਬਾਰ ਨਹੀਂ ਬਣਾ ਸਕਦੇ, ਠੀਕ ਹੈ? ਤੇ ਦੂਸਰਾ ਜਿਹੜਾ ਮੰਡੀਆਂ ਤੇ ਜਾਣ ਤੁਸੀਂ ਡਰਿਆ ਨਾ ਕਰੋ, ਠੀਕ ਹੈ ਨਾ? ਵੱਡੇ ਵਪਾਰੀ ਜਿਹੜੇ ਬਰੀਡਰ ਨੇ ਉਹਨਾਂ ਨਾਲ ਕੰਟੈਕਟ ਕਰੋ, ਉਹਨਾਂ ਦੇ ਸਕੂਲ ਆਫ ਥੋਟਸ ਦੇਖੋ, ਠੀਕ ਹੈ ਨਾ? ਤੇ ਇਸ ਤਰ੍ਹਾਂ ਕਰਕੇ ਤੁਹਾਨੂੰ ਜਿਹੜਾ ਨਾ ਅੱਛੀਆਂ ਮੱਝਾਂ ਮਿਲਣਗੀਆਂ। ਵਰਨਾ ਜਿਹੜਾ ਤੁਸੀਂ ਅਗਰ ਡਰਦੇ ਰਹੋਗੇ ਮੰਡੀ ਦੀ ਜਾਣ ਦੀ, ਵਪਾਰੀਆਂ ਨਾਲ ਕੰਟੈਕਟ ਕਰਨ ਦਾ, ਇਸ ਤਰ੍ਹਾਂ ਮੱਝ ਕਦੇ ਨਹੀਂ ਮਿਲਦੀ ਹੈ, ਠੀਕ ਹੈ ਨਾ? ਵਪਾਰੀ ਕੋਲੋਂ ਹਮੇਸ਼ਾ ਅੱਛੀ ਕਲਾਸ ਦੀ ਮੱਝ ਤੁਹਾਨੂੰ ਮਿਲੇਗੀ, ਵਪਾਰੀ ਕੋਲੋਂ, ਬਿਕਾਜ਼ ਉਹਨਾਂ ਦਾ ਇਹ ਬਿਜ਼ਨਸ ਹੈ, ਠੀਕ ਹੈ ਨਾ? ਉਹ ਹਰ ਕਿਸਮ ਦੀ ਮੱਝ ਲਿਆਉਂਦੇ ਨੇ। ਤੇ ਥੋੜਾ ਪੋਜ਼ਿਟਿਵ ਸੋਚ ਕੇ ਰੱਖਿਆ ਕਰੋ ਤੇ ਤੁਹਾਡਾ ਇਨਸ਼ਾਅੱਲਾ ਕਾਮਯਾਬ ਤੁਸੀਂ ਹੋ ਜਾਓਗੇ। ਹਾਂ, ਦੂਸਰਾ ਕਿ ਅਗਰ ਬਰੀਡਿੰਗ ਕਰਨੀ ਚਾਹੇ ਤੇ ਫਿਰ ਤੁਹਾਡੀ ਇੱਕ ਸੈਕੰਡ ਸੋਰਸ ਆਫ ਇਨਕਮ ਹੋਣੀ ਚਾਹੀਦੀ ਹੈ, ਹੋਰ ਇੱਕ ਕਾਰੋਬਾਰ ਹੋਣਾ ਚਾਹੀਦਾ, ਬਿਕਾਜ਼ ਇਹਦੇ ਤੁਹਾਨੂੰ 5 ਸਾਲ ਲੱਗ ਜਾਣਗੇ। ਅਗਰ ਇਹ ਤੁਸੀਂ ਪੀਕ ਤੇ ਪਹੁੰਚ ਕੇ ਫਿਰ ਤੁਸੀਂ ਕਰੋੜਾਂ ਰੁਪਏ ਕਮਾਓਗੇ। ਹਾਂਜੀ, ठीक है चौधरी साहब, बहुत बहुत शुक्रिया आपका जो इतना टाइम आपने निकाला है हम सब दोस्तों के लिए।